हाँ जी बई सारिਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ ਤੇ ਆਪਾਂ ਜਿਹੜਾ ਪੰਜਾਬੀ ਦਾ PYQ ਕਰਦੇ ਪਏ ਆ ਤੇ ਅੱਜ ਆਪਾਂ ਪਹੁੰਚ ਚੁੱਕੇ ਆ 2015 ਵਾਲੇ ਪੇਪਰ ਤੇ। ਇਹਦੇ ਨਾਲ ਤੁਹਾਡੀ ਪੰਜਾਬੀ ਦੀ ਬਹੁਤ ਸੋਹਣੀ ਤਿਆਰੀ ਹੋਊਗੀ। PYQ ਕੰਪਲੀਟ ਕਰਨ ਤੋਂ ਬਾਅਦ ਵਿਆਕਰਨ ਦੀ ਥਿਊਰੀ ਕਰਵਾਉਂਗੀ ਤੇ ਟ੍ਰਿਪਲ A ਦੀ ਬੁੱਕ ਤੋਂ ਜਿਹੜਾ ਵਾ ਪੰਜਾਬੀ ਦੀ ਪੈਡਾਗੋਜੀ ਇੱਕ ਮੈਰਾਥਨ ਦੇ ਨਾਲ ਜਿਹੜੀ ਆ ਕੱਲ ਪਰਸੋਂ ਤੱਕ ਮੈਂ ਪਲਾਨ ਕਰ ਰਹੀ ਹਾਂ ਕਿ ਮੈਰਾਥਨ ਲਗਾ ਲਈਏ ਆਪਾਂ। ਉਹਦੇ ਵਿੱਚ ਜਿਹੜੀ ਆਪਣੀ ਟ੍ਰਿਪਲ A ਬੁੱਕ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਕਿ ਪੰਜਾਬੀ ਲਈ ਬਹੁਤ ਵਧੀਆ ਵਾ, ਉਹਨੂੰ ਵੀ ਆਪਾਂ ਰੀਡ ਆਊਟ ਇੱਕ ਵਾਰੀ ਕਰਨਾ ਵਾ ਤੇ ਮੈਂ ਟਰਾਈ ਕਰ ਰਹੀ ਹਾਂ ਕਿ ਉਹਨੂੰ ਆਪਾਂ ਮੈਰਾਥਨ ਦੇ ਵਿੱਚ ਜਿਹੜਾ ਵਾ ਉਹਨੂੰ ਆਪਾਂ ਰੀਡ ਕਰ ਲਈਏ। ਤੇ ਜਿਹੜਾ ਵਿਆਕਰਨ ਹੋਊਗਾ ਉਹਦੀਆਂ ਕਲਾਸਾਂ ਆਪਾਂ ਕੰਟੀਨਿਊ ਰੱਖਾਂਗੇ, ਜਿਹਦੇ ਵਿੱਚ ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਸਾਰੇ ਕਨਸੈਪਟ ਆਪਣੇ ਪੰਜਾਬੀ ਵਿਆਕਰਨ ਦੇ ਉਹਨਾਂ ਨੂੰ ਆਪਾਂ ਕਰਦੇ ਜਾਵਾਂਗੇ ਕਿਉਂਕਿ PYQ ਆਪਣਾ ਜਲਦੀ ਕੰਪਲੀਟ ਹੋ ਜਾਊਗਾ। ਠੀਕ ਆ, ਜਿਹੜਾ ਇਹ 2015 ਵਾਲਾ ਪੇਪਰ ਆ ਪਹਿਲਾਂ ਤਾਂ ਇਹਦੇ ਵਿੱਚ ਪੈਰਾ ਵਾ। ਪੈਰਾ ਪੜ੍ਹਨ ਤੋਂ ਪਹਿਲਾਂ ਆਪਾਂ ਇਹਦੇ ਪਹਿਲੇ ਕੁਐਸਚਨ ਤੇ ਜਾਂਦੇ ਆ। ਪਹਿਲਾ ਕੁਐਸਚਨ ਹੈਗਾ ਵਾ, ਜਿੱਥੇ ਜ਼ਿੰਦਗੀ ਦੀਆਂ ਕੀਮਤਾਂ ਸ਼ਖਸੀ ਹਨ ਉੱਥੇ ਹਰ ਕੋਈ ਕੀ ਕਰਦਾ ਹੈ। ਠੀਕ ਆ, ਤੇ ਇਹਦਾ ਆਪਾਂ ਪੜ੍ਹਦੇ ਹਾਂ ਵੀ ਕੀ ਕਹਿੰਦੇ ਆ। ਕਹਿੰਦੇ ਜਿੱਥੇ ਜ਼ਿੰਦਗੀ ਦੀਆਂ ਕੀਮਤਾਂ ਸ਼ਖਸੀ ਹਨ ਉੱਥੇ ਹਰ ਕੋਈ ਆਪਣੇ ਹੀ ਸੁੱਖ ਅਤੇ ਨੀਜ ਲਈ ਜੀਵੀ ਜਾਂਦਾ ਹੈ। ਜਾਨੀ ਕਿ ਇੱਥੇ ਆਪਾਂ ਦੇਖਦੇ ਹਾਂ। ਅੱਛਾ ਇੱਕ ਮਿੰਟ, ਆਪਾਂ ਨੂੰ ਥੋੜਾ ਹੋਰ ਲਾਈਨਾਂ ਪੜ੍ਹਨੀਆਂ ਪੈਣਗੀਆਂ। ਇਸ ਲਈ ਹਰ ਕੋਈ ਰਿਸ਼ਵਤਾਂ ਦੇ ਕੰਮ ਕੱਢਣ, ਧੋਖੇ ਦੇਣ, ਘੱਟ ਤੋਲਣ, ਖੋਟਾ ਵੇਚਣ, ਚੋਰੀਆਂ ਕਰਨ ਅਤੇ ਬੇਵਫਾ ਹੋਣ ਲਈ ਕਦਮ ਕਦਮ ਉੱਤੇ ਪ੍ਰੇਰਿਆ ਜਾਂਦਾ ਹੈ। ਇਹ ਸਾਰੇ ਕੰਮ ਲਾਭਦਾਇਕ ਹਨ, ਇਹਨਾਂ ਤੋਂ ਬਚ ਕੇ ਰਹਿਣਾ ਲਸਾਨੀ ਗੁਣ ਗਿਣਿਆ ਜਾਂਦਾ ਹੈ। ਚੋਰੀ, ਠੱਗੀ, ਬੇਵਫਾਈ ਸਭ ਸਾਡੇ ਧਨ ਵਿੱਚ ਵਾਧਾ ਕਰਦੇ ਤੇ ਤਨ ਨਿਹਕਲੰਕ ਮੰਨਿਆ ਜਾਂਦਾ ਹੈ। ਠੀਕ ਆ, ਵੇਖੋ ਇੱਥੇ ਇਹਨਾਂ ਨੇ ਕਿਹਾ ਵਾ ਕਿ ਜਿੱਥੇ ਜ਼ਿੰਦਗੀ ਦੀਆਂ ਕੀਮਤਾਂ ਸ਼ਖਸੀ ਹਨ ਉੱਥੇ ਹਰ ਕੋਈ ਕੀ ਕਰਦਾ ਫਿਰਦਾ। ਵੇਖੋ ਰਿਸ਼ਵਤ ਦੇ ਕੇ ਕੰਮ ਲੱਭਦਾ ਫਿਰਦਾ, ਇਹ ਵੀ ਗੱਲ ਕਹੀ ਇਹਨਾਂ ਨੇ। ਧੋਖਾ ਦੇਣ, ਘੱਟ ਤੋਲਣ ਲਈ ਪ੍ਰੇਰਿਆ ਜਾਂਦਾ, ਇਹ ਵੀ ਗੱਲ ਕਹੀ ਆ। ਖੋਟਾ ਵੇਚਣ ਤੇ ਚੋਰੀਆਂ ਕਰਨ ਲਈ ਪ੍ਰੇਰਦਾ, ਇਹ ਵੀ ਗੱਲ ਹੈਗੀ ਆ। ਸੋ ਸਾਰੀਆਂ ਆਪਸ਼ਨਾਂ ਆਉਣੀਆਂ ਵਾ। ਆਪਸ਼ਨ ਡੀ ਇਹਦੀ ਜਿਹੜੀ ਆ ਰਾਈਟ ਆਉਣੀ ਆ। ਅਗਲਾ ਹੈਗਾ ਵਾ, ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੋ ਸਕਦਾ ਹੈ। ਠੀਕ ਆ, ਇਹ ਜਿਹੜਾ ਪੈਰੇ ਦਾ ਸਿਰਲੇਖ ਆ ਇਹਦੇ ਵਿੱਚ ਜ਼ਿੰਦਗੀ ਦੀਆਂ ਕੀਮਤਾਂ ਦੀ ਗੱਲ ਹੋ ਰਹੀ। ਵੇਖੋ ਆਪ ਜਿਹੜਾ ਪਹਿਲਾ ਕੁਛ ਨਹੀਂ ਨਾ, ਜਿੱਥੇ ਜ਼ਿੰਦਗੀ ਦੀਆਂ ਕੀਮਤਾਂ, ਇੱਥੋਂ ਵੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੈਰੇ ਦਾ ਜਿਹੜਾ ਸਿਰਲੇਖ ਆ ਉਹ ਕੀ ਆ, ਜ਼ਿੰਦਗੀ ਦੀਆਂ ਕੀਮਤਾਂ ਦਾ ਸੱਚ। ਉਸ ਤੋਂ ਬਾਅਦ ਅਗਲਾ ਪੈਰਾ ਹੈਗਾ ਵਾ, ਇਸ ਪੈਰੇ ਵਿੱਚ ਦੋਹਰੁਕਤੀ ਸਮਾਸ ਕਿਹੜਾ ਹੈ। ਆਪਾਂ ਇੱਥੇ ਲੱਭਦੇ ਹਾਂ। ਠੀਕ ਆ, ਪੱਤਾ ਪੱਤਾ। ਠੀਕ ਆ, ਆ ਦੇਖੋ ਪੱਤਾ ਪੱਤਾ, ਇਹ ਕੀ ਆ ਸਾਡੇ ਕੋਲ ਸਮਾਸੀ ਸ਼ਬਦ ਆ। ਹੁਣ ਇੱਥੇ ਇਹਨਾਂ ਨੇ ਕਿਹਾ ਕਿ ਦੋਹਰੁਕਤੀ ਸਮਾਸ, ਇਹਦਾ ਆਪਸ਼ਨ ਸਾਡੀ ਕੀ ਆਉਣੀ ਆ, ਸੀ ਪੱਤਾ ਪੱਤਾ। ਇਹ 2015 ਵਾਲਾ ਪੇਪਰ ਬਹੁਤ ਹੀ ਜ਼ਿਆਦਾ ਈਜ਼ੀ ਸੀ। ਪਹਿਲਾਂ ਪੇਪਰ ਈਜ਼ੀ ਹੀ ਆਉਂਦੇ ਹੁੰਦੇ ਸੀ, ਲੈਵਲ ਹੋਣੀ ਜ਼ਿਆਦਾ ਜਿਹੜਾ ਅਪ ਕਰਤਾ ਇਹਨਾਂ ਨੇ। ਫਿਰ ਅੱਗੇ ਹੈਗਾ ਵਾ, ਹੇਠ ਦਿੱਤੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ। ਮਤਲਬ ਵੇਖੋ ਲਸਾਨੀ ਸ਼ਬਦ ਉਰਦੂ ਭਾਸ਼ਾ ਦਾ ਵਾ, ਸ਼ਖਸੀ ਸ਼ਬਦ ਉਰਦੂ ਭਾਸ਼ਾ ਦਾ ਵਾ, ਚਸ਼ਮਾ ਸ਼ਬਦ ਉਰਦੂ ਭਾਸ਼ਾ ਦਾ ਵਾ, ਭਰਪੂਰਤਾ ਸ਼ਬਦ ਜਿਹੜਾ ਇਹ ਸਾਡਾ ਪੰਜਾਬੀ ਭਾਸ਼ਾ ਦਾ ਸ਼ਬਦ ਆ, ਇਹ ਉਰਦੂ ਭਾਸ਼ਾ ਦਾ ਸ਼ਬਦ ਨਹੀਂ ਹੈਗਾ। ਪਤਾ ਕੀ, ਜੇਕਰ ਸਾਨੂੰ ਉਰਦੂ ਭਾਸ਼ੀ ਏਦਾਂ ਕੋਈ ਸ਼ਬਦ ਪੁੱਛ ਲਏ ਜਾਂਦੇ ਆ, ਜਿਵੇਂ ਸਾਡੇ ਪਿਛਲੇ ਤੋਂ ਪਿਛਲੇ ਪੇਪਰ ਦੇ ਵਿੱਚ ਮਹੀਨ, ਢਾਰਾ ਏਦਾਂ ਦੇ ਸ਼ਬਦ ਪੁੱਛੇ ਗਏ ਸੀ। ਪਤਾ ਇਹਨਾਂ ਸ਼ਬਦਾਂ ਬਾਰੇ ਗਿਆਨ ਕਿੰਨਾ ਬੱਚਿਆਂ ਨੂੰ ਹੋ ਸਕਦਾ, ਜਿਨ੍ਹਾਂ ਨੇ +1 2 ਦੇ ਵਿੱਚ ਇਲੈਕਟਿਵ ਪੰਜਾਬੀ ਪੜ੍ਹੀ, ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਵਿੱਚ ਇਲੈਕਟਿਵ ਪੰਜਾਬੀ ਪੜ੍ਹੀ ਆ, ਮਤਲਬ ਜਿਨ੍ਹਾਂ ਨੇ ਆਪਣੀ ਹਾਇਰ ਸਟੱਡੀ ਇਲੈਕਟਿਵ ਪੰਜਾਬੀ ਸਬਜੈਕਟ ਮਤਲਬ ਲਿਟਰੇਚਰ ਪੜ੍ਹੀ ਆ ਜਿਨ੍ਹਾਂ ਨੇ ਪੰਜਾਬੀ ਦੀ, ਉਹ ਬੱਚੇ ਇਹਨਾਂ ਸ਼ਬਦਾਂ ਨੂੰ ਚੰਗੀ ਤਰ੍ਹਾਂ ਪਹਿਚਾਣ ਸਕਦੇ ਆ। ਠੀਕ ਆ, ਸੋ ਮੈਂ ਵੀ ਲਿਟਰੇਚਰ ਪੜ੍ਹੀ ਹੋਈ ਹੈ ਕਿਉਂਕਿ ਮੈਂ +2 ਦੇ ਵਿੱਚ ਵੀ ਮੇਰਾ ਇਲੈਕਟਿਵ ਪੰਜਾਬੀ ਸਬਜੈਕਟ ਸੀਗਾ। ਗ੍ਰੈਜੂਏਸ਼ਨ ਦੇ ਵਿੱਚ ਵੀ ਮੇਰਾ ਲਿਟਰੇਚਰ ਹੀ ਮੇਨ ਜਿਹੜਾ ਸਬਜੈਕਟ ਸੀਗਾ ਤੇ B.Ed ਦੇ ਵਿੱਚ ਵੀ ਮੇਰਾ ਪੰਜਾਬੀ ਸਬਜੈਕਟ ਹੀ ਰਿਹਾ ਵਾ। ਇਸ ਕਰਕੇ ਸ਼ਬਦ ਜਿਹੜੇ ਆ ਕਿਉਂਕਿ ਲਿਟਰੇਚਰ ਦੇ ਨਾਲ ਜੁੜੇ ਰਹੇ ਆ, ਸੋ ਉਹੀ ਬੱਚੇ ਜਿਹੜੇ ਆ ਇਹਨਾਂ ਸ਼ਬਦਾਂ ਨੂੰ ਪਹਿਚਾਣ ਸਕਦੇ ਆ। ਠੀਕ ਆ, ਉਸ ਤੋਂ ਬਾਅਦ ਹੈਗਾ ਵਾ, ਮਿਲਵਰਤਨ ਸ਼ਬਦ ਦਾ ਪਿਛੇਤਰ ਕੀ ਹੈ। ਠੀਕ ਆ, B ਨਾਣਾ। ਠੀਕ ਆ, ਨਾਣਾ ਸ਼ਬਦ ਜਿਹੜਾ ਵਾ ਇਹ ਜਿਹੜਾ ਵਾ ਇਹਦਾ ਪਿਛੇਤਰ ਆ। ਅਗੇਤਰ ਪਿਛੇਤਰ ਵੀ ਮੈਂ ਤੁਹਾਨੂੰ ਕਰਵਾਉਂਗੀ ਕਿਉਂਕਿ ਬਹੁਤ ਸਾਰੇ ਬੱਚੇ ਸੋਚਦੇ ਹੋਣਗੇ ਕਿ ਪਿਛੇਤਰ ਤਣ ਹੋਊਗਾ, ਨਾ ਹੀ ਕਿਉਂ ਆ। ਇਹ ਮੈਂ ਤੁਹਾਨੂੰ ਸਾਰੀ ਦੀ ਸਾਰੀ ਥਿਊਰੀ ਕਰਵਾਉਂਗੀ। ਇੱਕ ਵਾਰੀ ਆਪਾਂ ਜਿਹੜਾ ਵਾ PYQ ਕੰਪਲੀਟ ਕਰ ਲਈਏ। ਮਨੁੱਖੀ ਰਿਸ਼ਤਿਆਂ ਵਿੱਚ ਵਾਧੇ ਦਾ ਕੋਈ ਅੰਤ ਨਹੀਂ ਰਹਿੰਦਾ ਜਦੋਂ
ਮਨੁੱਖਤਾ ਮਿਲਣ ਵਰਤਨ ਦੇ ਚਮਨਾਂ ਵਿੱਚ ਪੁੱਜ ਜਾਂਦੀ ਹੈ। ਠੀਕ ਹੈ, ਇੱਕ ਵਾਰੀ ਆਪਾਂ ਸਾਰਾ ਪਹਿਲਾ ਰੀਡ ਕਰ ਲੈਂਦੇ ਆ। ਠੀਕ ਹੈ, ਕਹਿੰਦੇ ਆ ਪਰ ਇਹਨਾਂ ਕਦਰਾਂ ਦਾ ਸਿੱਟਾ ਇਹ ਹੁੰਦਾ ਹੈ ਕਿ ਜ਼ਿੰਦਗੀ ਦੀਆਂ ਰੁਚੀਆਂ ਜਿਹੜੀਆਂ ਸੱਭਿਆਚਾਰ ਦੀਆਂ ਨੀਹਾਂ ਹਨ, ਅਮਲ ਵਿੱਚ ਨਹੀਂ ਆਉਂਦੀਆਂ। ਦੋਸਤੀ ਪਿਆਰ ਸਦਕੇ ਜਾਣ ਦੂਜੇ ਦੀ ਖੁਸ਼ੀ ਦੇ ਖਿਆਲ ਤੋਂ ਮਨੁੱਖੀ ਰੂਹ ਵਾਂਝੀ ਰਹਿੰਦੀ ਹੈ ਤੇ ਉਹ ਡੂੰਘੇ ਸੋਮੇ ਰਵਾਂ ਨਹੀਂ ਹੁੰਦੇ। ਜ਼ਿੰਦਗੀ ਦਾ ਚਸ਼ਮਾ ਡੱਕੋ ਡੱਕ ਨਹੀਂ ਭਰਦਾ। ਇਸ ਕਰਕੇ ਭਰਪੂਰਤਾ ਦੀ ਤਾਂਘ ਮਨੁੱਖੀ ਹਿਰਦੇ ਵਿੱਚ ਸਦਾ ਤੜਫਦੀ ਰਹਿੰਦੀ ਹੈ ਤੇ ਮਨੁੱਖ ਅੱਕੀ ਪਲਾਹੀ ਹੱਥ ਮਾਰਦਾ ਆਪਣੀ ਚੂਲੋਂ ਉਖੜਿਆ ਰਹਿੰਦਾ ਹੈ ਤੇ ਅਸਮਾਨੀ ਕਵੀਆਂ ਨਾਲ ਧੁੱਪ ਤੇ ਪੱਤਾ ਪੱਤਾ ਨਿਖਰਨ ਦੇ ਸਵਾਦ ਲਈ ਕਰਾਰ ਰਹਿੰਦਾ ਹੈ। ਤੇ ਜਦੋਂ ਸ਼ਖਸੀ ਨਿਵੇਕਲਤਾ ਦੀਆਂ ਉਜਾੜਾਂ ਵਿੱਚ ਲੰਘ ਕੇ ਮਨੁੱਖਤਾ ਮਿਲਣ ਵਰਤਨ ਦੇ ਚਮਨਾਂ ਵਿੱਚ ਪੁੱਜ ਜਾਂਦੀ ਹੈ। ਆ ਮਿਲ ਗਿਆ ਸਾਨੂੰ ਸਾਡੇ ਕੁਐਸਚਨ ਦਾ ਆਨਸਰ। ਠੀਕ ਆ, ਉਸ ਤੋਂ ਬਾਅਦ ਹੈਗਾ ਵਾ ਉਹ ਉਦੋਂ ਮਨੁੱਖੀ ਰਿਸ਼ਤਿਆਂ ਵਿੱਚ ਵਾਧੇ ਦਾ ਕੋਈ ਅੰਤ ਨਹੀਂ ਰਹਿੰਦਾ। ਇਹੋ ਹੀ ਸਾਡੇ ਕੁਐਸਚਨ ਦਾ ਜਿਹੜਾ ਆਨਸਰ ਆ। ਕਹਿੰਦੇ ਨਿਤ ਨਵੇਂ ਜੀਵਨ ਸੋਮੇ ਫੁੱਟਦੇ, ਜੀਵਨ ਪਾਣੀ ਦੀਆਂ ਤਹਿਾਂ ਵਿੱਚ ਮੋਤੀ ਉੱਭਰ ਆਉਂਦੇ ਹਨ। ਜ਼ਿੰਦਗੀ ਆਪਣੀਆਂ ਜਾਦੂ ਤੰਦਾਂ ਨਾਲ ਸਾਰੀ ਮਨੁੱਖਤਾ ਨੂੰ ਜੋੜ ਦਿੰਦੀ ਹੈ। ਜਿੰਨਾ ਵਿਸ਼ਾਲ ਉਹ ਜੋੜ ਮੇਲ ਓਨਾ ਹੀ ਡੂੰਘਾ ਲੋਕਾਂ ਦਾ ਆਚਾਰ। ਠੀਕ ਆ, ਹੁਣ ਇੱਥੇ ਕਹਿੰਦੇ ਮਨੁੱਖੀ ਰਿਸ਼ਤਿਆਂ ਵਿੱਚ ਵਾਧੇ ਦਾ ਵਾਧੇ ਦਾ ਕੋਈ ਅੰਤ ਨਹੀਂ ਰਹਿੰਦਾ ਜਦੋਂ ਮਨੁੱਖਤਾ ਮਿਲਣ ਵਰਤਨ ਦੇ ਚਮਨਾਂ ਵਿੱਚ ਪੁੱਜ ਜਾਂਦੀ ਹੈ। ਇਹੋ ਹੀ ਆਪਸ਼ਨ ਜਿਹੜੀ ਸਾਡੀ ਆ ਪੈਰੇ ਦੇ ਵਿੱਚ ਪਈ ਸੀ। ਠੀਕ ਹੈ, ਉਸ ਤੋਂ ਬਾਅਦ ਹੈਗਾ ਵਾ ਲੇਖਕ ਅਨੁਸਾਰ ਲੋਕਾਂ ਦੇ ਆਚਾਰ ਦੀ ਡੂੰਘਾਈ ਕਿਸ ਚੀਜ਼ ਤੇ ਨਿਰਭਰ ਕਰਦੀ ਹੈ। ਮਨੁੱਖੀ ਰਿਸ਼ਤਿਆਂ ਦਾ ਜੋੜ ਮੇਲ, ਇਹੋ ਹੀ ਆਪਾਂ ਪੈਰੇ ਦੇ ਵਿੱਚ ਪੜ੍ਹ ਕੇ ਗਏ ਆ। ਠੀਕ ਹੈ, ਉਸ ਤੋਂ ਬਾਅਦ ਹੈਗਾ ਵਾ ਆਪਣਾ ਆ ਗਿਆ ਕਾਵ ਟੁਕੜੀ। ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾਗਲ ਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਮਤਲਬ ਸੁਪਨੇ ਵਿੱਚ ਪਰਮਾਤਮਾ ਮਿਲਿਆ। ਠੀਕ ਆ, ਧਾ ਚਰਨਾਂ ਤੇ ਸੀਸ ਨਵਾਇਆ, ਸਾਡੇ ਮੱਥੇ ਛੂਹ ਨਾ ਪਾਈ। ਠੀਕ ਹੈ, ਮਤਲਬ ਕਹਿੰਦਾ ਵੀ ਮੈਂ ਸੀਸ ਨਵਾਇਆ ਪਰਮਾਤਮਾ ਦੇ ਅੱਗੇ, ਪਰ ਮੇਰੇ ਮੱਥੇ ਨੂੰ ਕੋਈ ਛੋਹ ਨਹੀਂ ਲੱਗੀ ਪਰਮਾਤਮਾ ਦੀ। ਤੁਸੀਂ ਉੱਚੇ, ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਈ ਅਕਾਈ। ਮਤਲਬ ਪਰਮਾਤਮਾ ਬੜਾ ਉੱਚਾ ਸੀ ਤੇ ਅਸੀਂ ਨੀਵੇਂ ਹਾਂ ਤੇ ਸਾਡੀ ਕੋਈ ਪੇਸ਼ ਨਹੀਂ ਗਈ। ਠੀਕ ਹੈ, ਫਿਰ ਲੜ ਫੜਨੇ ਨੂੰ ਉੱਠ ਦੌੜੇ, ਪਰ ਲੜ ਉਹ ਬਿਜਲੀ ਲਹਿਰਾਂ। ਕਹਿੰਦੇ ਫਿਰ ਜਦੋਂ ਅਸੀਂ ਸੀਸ ਨਵਾਇਆ, ਸਾਡੇ ਮੱਥੇ ਨੂੰ ਪਰਮਾਤਮਾ ਦੀ ਛੋਹ ਨਹੀਂ ਲੱਗੀ। ਮੈਂ ਪਰਮਾਤਮਾ ਦੇ ਲੜ ਫੜਨ ਦੀ ਕੋਸ਼ਿਸ਼ ਕੀਤੀ, ਪਰ ਪਰਮਾਤਮਾ ਦੇ ਲੜ ਏਦਾਂ ਵਾ ਜਿੱਦਾਂ ਬਿਜਲੀ ਲਹਿਰਾਂ ਵਾ, ਉੱਡਦਾ ਜਾਂਦਾ ਉਹ ਆਪਣੀ ਇੱਕ ਛੋਹ ਸਾਨੂੰ ਗਿਆ ਲਾਈ। ਕਹਿੰਦੇ ਪਰਮਾਤਮਾ ਜਾਂਦਾ ਜਾਂਦਾ ਸਾਨੂੰ ਇੱਕ ਛੋਹ ਲਾ ਗਿਆ। ਕਹਿੰਦੇ ਮਿੱਟੀ ਚਮਕ ਪਈਏ ਮੋਈ, ਤੁਸੀਂ ਲੂਆਂ ਵਿੱਚ ਲਿਸ਼ਕੇ। ਮਿੱਟੀ ਚਮਕ ਪਈ ਮਤਲਬ ਕਿ ਇਨਸਾਨ ਦਾ ਜਿਹੜਾ ਸਰੀਰ ਆ, ਰੂਮਾਂ ਦੀ ਗੱਲ ਹੋ ਰਹੀ ਆ। ਮਿੱਟੀ ਮਤਲਬ ਸਾਡਾ ਸਰੀਰ ਮਿੱਟੀ ਆ ਨਾ, ਮਿੱਟੀ ਦੇ ਨਾਲ ਆਪਾਂ ਪ੍ਰਤੀਬਿੰਬ ਕਰਦੇ ਆ ਨਾ ਸਰੀਰ ਨੂੰ, ਆਤਮਾ ਪਰਮਾਤਮਾ ਦੇ ਨਾਲ। ਠੀਕ ਆ, ਮਿੱਟੀ ਜਿਹੜੀ ਆ ਚਮਕ ਪਈ, ਤੁਸੀਂ ਲੂਆਂ ਵਿੱਚ ਲਿਸ਼ਕੇ। ਲੂਆਂ ਵਿੱਚ ਕੀ ਮਤਲਬ ਮੇਰੇ ਰੋਮ ਰੋਮ ਦੇ ਵਿੱਚ ਪਰਮਾਤਮਾ ਆਇਆ। ਬਿਜਲੀ ਕੂੰਦ ਗਈ ਥਰਥਰਾਂਦੀ, ਹੁਣ ਚਕਾਚੂੰਦ ਹੈ ਛਾਈ। ਮਤਲਬ ਕਿ ਇੱਕੇ ਦਮ ਜਿੱਦਾਂ ਬਿਜਲੀ ਡਿੱਗਦੀ ਆ ਤੇ ਉਸ ਤੋਂ ਬਾਅਦ ਚੁੱਪ ਸ਼ਾਂਤੀ ਹੋ ਜਾਂਦੀ ਆ। ਕੁਛ ਉਸ ਤਰ੍ਹਾਂ ਦੀ ਫੀਲਿੰਗ ਜਿਹੜੀ ਆਈ ਆ ਪਰਮਾਤਮਾ ਦੇ ਨਾਲ। ਮਤਲਬ ਕਿ ਇਹ ਭਾਈ ਵੀਰ ਸਿੰਘ ਦੀ ਜਿਹੜੀ ਆ ਕਵਿਤਾ ਆ ਤੇ ਬਹੁਤ ਸੋਹਣੀ ਕਵਿਤਾ ਵਾ। ਠੀਕ ਆ, ਇਸ ਕਵਿਤਾ ਵਿੱਚ ਕਿਸ ਥੀਮ ਦੀ ਪੇਸ਼ਕਾਰੀ ਹੋਈ ਹੈ? ਅਧਿਆਤਮਕ। ਯਾਦ ਰੱਖੋ ਉਹ ਵਾਲੀ ਵੀਡੀਓ ਯਾਦ ਕਰੋ ਜਦੋਂ ਮੈਂ ਤੁਹਾਨੂੰ ਕਿਹਾ ਸੀ ਵੀ ਪੰਜਾਬੀ ਭਾਸ਼ਾ ਦੇ ਲਈ ਕਾਵ ਟੁਕੜੀਆਂ ਸਾਨੂੰ ਕਿੱਥੋਂ ਕਿੱਥੋਂ ਆ ਸਕਦੀਆਂ। ਉਹਦੇ ਵਿੱਚ ਜਦੋਂ ਮੈਂ ਤੁਹਾਨੂੰ ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ ਸਾਰੇ ਆਧੁਨਿਕ ਕਵੀ ਕਰਵਾਏ ਸੀ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਕਿਹੜਾ ਕਵੀ ਕੀ ਆ, ਕਿਹੜਾ ਰਹੱਸਵਾਦੀ ਆ, ਕਿਹੜਾ ਅਧਿਆਤਮਕਵਾਦੀ ਆ। ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਭਾਈ ਵੀਰ ਸਿੰਘ ਅਧਿਆਤਮਕ ਆ ਤੇ ਇਸ ਕਰਕੇ ਉਹਨਾਂ ਦੀ ਥੀਮ ਦੀ ਪੇਸ਼ਕਾਰੀ ਵੀ ਕੀ ਹੋਊਗੀ? ਅਧਿਆਤਮਕ ਹੋਊਗੀ। ਇਹ ਕਵਿਤਾ ਕਿਸ ਕਾਵ ਵਿਧਾ ਨਾਲ ਸੰਬੰਧਿਤ? ਪ੍ਰਗੀਤਕ ਆ। ਪ੍ਰਗੀਤਕ ਮਤਲਬ ਸਾਰੀਆਂ ਚੀਜ਼ਾਂ ਦੇ ਵਿੱਚ ਉਹਨੇ ਪ੍ਰਗੀਤ ਲਏ ਆ। ਮਿੱਟੀ, ਲੂੰ, ਬਿਜਲੀ, ਹਨਾ, ਕੰਬਦੀ ਮਤਲਬ ਕਲਾਈ, ਹਨਾ, ਏਦਾਂ ਇਹ ਸਾਰੇ ਪ੍ਰਗੀਤਕ ਆ। ਮਿੱਟੀ ਚਮਕ ਪਈਏ ਮੋਈ ਤੋਂ ਕੀ ਭਾਵ ਆ? ਮਤਲਬ ਇਹ ਕਿ ਸਰੀਰ ਵਿੱਚ ਹਰਕਤ ਆਈ। ਸਰੀਰ ਦੇ ਵਿੱਚ ਹਰਕਤ ਆਈ ਵੀ ਜਦੋਂ ਪਰਮਾਤਮਾ ਦੀ ਛੋਹ ਲੱਗੀ ਤੇ ਸਰੀਰ ਦੇ ਵਿੱਚ ਹਰਕਤ ਆ ਗਈ। ਲੂਆਂ ਤੋਂ ਕੀ ਭਾਵ ਆ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਗਈ, ਰੋਮ ਰੋਮ। ਠੀਕ ਆ, ਇਹ ਕਵਿਤਾ ਕਿਸ ਕਵੀ ਦੀ ਰਚਨਾ ਹੈ? ਭਾਈ ਵੀਰ ਸਿੰਘ ਜੀ ਦੀ। ਕਿਹਦੀ ਰਚਨਾ ਆ? ਭਾਈ ਵੀਰ ਸਿੰਘ ਜੀ ਦੀ। ਠੀਕ ਆ, ਉਸ ਤੋਂ ਬਾਅਦ ਇਹ ਕਵਿਤਾ ਵਿੱਚ ਕਵੀ ਦੀ ਕਿਸ ਇੱਛਾ ਪੂਰਤੀ ਨੂੰ ਦਰਸਾਇਆ ਗਿਆ ਹੈ? ਪ੍ਰਭੂ ਮਿਲਾਪ, ਯਾਨੀ ਕਿ ਪ੍ਰਭੂ ਨਾਲ ਮਿਲਾਪ ਹੋਇਆ ਸੁਪਨੇ ਦੇ ਵਿੱਚ ਕਵੀ ਨੂੰ ਤੇ ਉਹਦੇ ਬਾਰੇ ਇਹਨੇ ਲਿਖਿਆ। ਇਹ ਕਵਿਤਾ ਕਵੀ ਦੀ ਕਿਸ ਅਵਸਥਾ ਨੂੰ ਪੇਸ਼ ਕਰਦੀ ਹੈ? ਸੁਪਨਮਈ, ਮਤਲਬ ਕਿ ਸੁਪਨੇ ਵਿੱਚ ਉਹਨੂੰ ਪਰਮਾਤਮਾ ਮਿਲਿਆ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਇਸ ਪੰਕਤੀ ਦਾ ਅਰਥ ਕੀ ਆ? ਵੀ ਪਰਮਾਤਮਾ ਪ੍ਰਕਾਸ਼ਮਾਨ ਆ। ਆਪਾਂ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਆ ਨਾ,
परमात्मा प्रकाशमान आ, परमात्मा निरा नूर आ, जिस करके परमात्मा हथ च नहीं आउंदा। गुरमुखी लिपि विच पैर विच बिंदी वाले वर्ण किहड़ी भाषा नाल संबंध रखते हैं? पैर विच जिहड़े सस्से पैर बिंदी, गग्गे पैर बिंदी, फफे पैर बिंदी, लल्ले पैर बिंदी, ये फारसी भाषा दे शब्द आ। ठीक है, लल्ले पैर बिंदी जिहड़ा वा वैसे वो फारसी भाषा दे विच नहीं आउंदा। ये चीज ध्यान दे रखियो, ध्यान दे विच रखियो। जिहड़ी पंजाबी यूनीवर्सिटी पटियाला आ, लल्ले पैर बिंदी जिहड़ा वा वो धुनी पंजाबी यूनीवर्सिटी पटियाला ने दित्ती सी। भाषा दी संचार प्रक्रिया दा अंग है। संचार मतलब बोल, ਜਦੋਂ ਅਸੀਂ बोलते हाँ ते भाषा दा की हुंदा वा? संचार हुंदा वा। नासिकता दा धुनी प्रवर्ग की आ? अखंडी। ठीक है, ध्यान दे विच रखियो इस चीज नूं। अखंडी धुनी दी जो गल आ जे ना, अखंडी धुनी दी, अखंडी धुनी दे विच नासिकता आऊगा, नासिकता आऊगा। ठीक है, फेरे दे विच बल आऊगा। ठीक है, फेरे दे विच सोर आऊगा। ਇਹਦੇ ਉਲਟ ਜਿਹੜਾ ਸਾਡਾ ਖੰਡੀ ਧੁਨੀ ਆ ਜਾਂਦਾ ਵਾ, ਖੰਡੀ, ਉਹਦੇ ਵਿੱਚ ਸਾਡੇ ਆ ਜਾਂਦੇ ਆ ਸਾਡੇ ਸਵਰ, ਸਾਡੇ ਵਿਅੰਜਨ। ਠੀਕ ਹੈ, ਤੇ ਅਰਧ ਸਵਰ। ਪਰ ਇੱਥੇ ਇਹਨਾਂ ਨੇ ਨਾਸਿਕਤਾ ਕਿਹਾ ਸੀ, ਨਾਸਿਕਤਾ ਦੇ ਵਿੱਚ ਕੀ ਆ ਗਿਆ? ਅਖੰਡੀ ਆ ਗਿਆ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਵਾ ਵਿਆਕਰਨ ਦੀਆਂ ਹੇਠ ਲਿਖੀਆਂ ਪ੍ਰਭਾਸ਼ਾਵਾਂ ਵਿੱਚੋਂ ਕਿਹੜੀ ਠੀਕ ਹੈ? ਵਿਆਕਰਨ ਭਾਸ਼ਾ ਨੂੰ ਠੀਕ ਤਰ੍ਹਾਂ ਲਿਖਣਾ ਸਿਖਾਉਣ ਦੀ ਵਿਧੀ ਹੈ। ਕੱਲਾ ਲਿਖਣਾ ਸਿਖਾਉਣ ਦੀ ਵਿਧੀ ਤਾਂ ਆਪਾਂ ਕਹਿ ਨਹੀਂ ਸਕਦੇ। ਠੀਕ ਹੈ, ਵਿਆਕਰਨ ਭਾਸ਼ਾ ਦੇ ਨਿਯਮਾਂ ਦਾ ਗਿਆਨ ਹੈ ਜਿਸ ਰਾਹੀਂ ਹਰ ਕਿਸਮ ਦਾ ਸੰਚਾਰ ਠੀਕ ਢੰਗ ਨਾਲ ਕਰਨਾ ਸਿੱਖਦੇ ਹਾਂ। ਇਹ ਆਪਸ਼ਨ ਜਿਹੜੀ ਆ ਆਪਣੀ ਬਿਲਕੁਲ ਹੀ ਰਾਈਟ ਆ। ਠੀਕ ਆ, ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਹੈਗਾ ਵਾ ਵਿਚਾਰ ਆਤਮਾ ਦੀ ਮੂਲ ਆਵਾਜ਼ ਹੈ, ਪਰੰਤੂ ਜਦੋਂ ਇਹ ਧੁਨੀ ਆਤਮਿਕ ਹੋ ਕੇ ਬੁੱਲਾਂ ਉੱਤੇ ਪ੍ਰਗਟ ਹੁੰਦੀ ਹੈ ਤਾਂ ਇਸ ਨੂੰ ਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ। ਇਹ ਪਰਿਭਾਸ਼ਾ ਕਿਸ ਭਾਸ਼ਾ ਵਿਗਿਆਨੀ ਦੁਆਰਾ ਦਿੱਤੀ ਗਈ? ਪਲੇਟੋ। ਕੋਈ ਜ਼ਿਆਦਾ ਘਮਾਣ ਮਤਲਬ ਕਿ ਕੀ ਕਹਿੰਦੇ ਹੁੰਦੇ ਆ, ਕਨਫਿਊਜ਼ ਨਾ ਹੋਵੋ, ਕਹਿਣ ਦੀ ਕੀ ਕੋਸ਼ਿਸ਼ ਕਰ ਰਿਹਾ ਪਲੇਟੋ? ਪਲੇਟੋ ਕਹਿੰਦਾ ਵੀ ਜਿਹੜੇ ਸਾਡੇ ਅੰਦਰ ਵਿਚਾਰ ਆ ਉਹ ਸਾਡੀ ਆਤਮਾ ਦੇ ਜਿਹੜੇ ਕਿ ਮੂਲ ਆਵਾਜ਼ ਆ, ਸਾਡੇ ਜਿਹੜੀ ਅੰਦਰ ਦੇ ਵਿਚਾਰ ਆ, ਜਦ ਤੱਕ ਸਾਡੇ ਵਿਚਾਰ ਸਾਡਿਆਂ ਬੁੱਲਾਂ ਤੇ ਨਹੀਂ ਆਉਂਦੇ ਉਦੋਂ ਤੱਕ ਅਸੀਂ ਉਹਨੂੰ ਭਾਸ਼ਾ ਨਹੀਂ ਕਹਿ ਸਕਦੇ। ਕਹਿੰਦੇ ਜਦੋਂ ਸਾਡੇ ਅੰਦਰਲੇ ਵਿਚਾਰ ਸਾਡਿਆਂ ਬੁੱਲਾਂ ਤੇ ਆ ਕੇ ਪ੍ਰਗਟ ਹੁੰਦੇ ਆ ਉਹਨੂੰ ਅਸੀਂ ਭਾਸ਼ਾ ਦਾ ਨਾਂ ਦਿੰਦੇ ਆ। ਇਹ ਪਲੇਟੋ ਕਹਿੰਦਾ। ਤੇ ਇਹ ਡੈਫੀਨੇਸ਼ਨ ਜਿਹੜੀ ਆ ਪਲੇਟੋ ਦੀ ਆ। ਪੰਜਾਬੀ ਦੇ ਪੇਪਰ ਵਿੱਚ ਡੈਫੀਨੇਸ਼ਨ ਵੀ ਏਦਾਂ ਦੀਆਂ ਜ਼ਰੂਰ ਪੁੱਛੀਆਂ ਜਾਂਦੀਆਂ। ਸੋ ਜ਼ਿਆਦਾਤਰ ਚਾਂਸ ਹੁੰਦੇ ਆ ਕਿ ਡੈਫੀਨੇਸ਼ਨ ਰਿਪੀਟ ਹੁੰਦੀਆਂ ਪਿਛਲੇ ਪੇਪਰਾਂ ਦੇ ਵਿੱਚੋਂ। ਠੀਕ ਆ, ਉਚਾਰਨ ਸਥਾਨ ਦੇ ਪੱਖ ਤੋਂ ਗੰਗਾ ਅਤੇ ਨਿੰਨ੍ਹਾਂ ਧੁਨੀਆਂ ਦੇ ਕ੍ਰਮਵਾਰ ਲੱਛਣ ਕਿਹੜੇ ਹਨ? ਇਹ ਕੰਠੀ ਤੇ ਤਾਲਵੀ ਆ। ਗੰਗਾ ਚ ਨਿੰਨ੍ਹਾਂ ਜਿਹੜੀਆਂ ਧੁਨੀਆਂ ਵਾ ਇਹ ਕੰਠੀ ਤੇ ਤਾਲਵੀ ਆ। ਇਹ ਟੌਪਿਕ ਮੈਂ ਕਰਵਾ ਚੁੱਕੀ ਆ, ਕਿਹੜਾ ਕੰਠੀ ਆ ਕਿਹੜਾ ਤਾਲਵੀ ਆ। ਦੀਰਘ ਪਾਠ ਯੋਜਨਾ ਵੱਡੀ ਹੁੰਦੀ ਹੈ ਸੂਖਮ ਪਾਠ ਯੋਜਨਾ ਤੋਂ। ਸੂਖਮ ਪਾਠ ਯੋਜਨਾ ਛੋਟੀ ਹੁੰਦੀ ਹੈ ਤੇ ਦੀਰਘ ਪਾਠ ਯੋਜਨਾ ਇਹਦੇ ਤੋਂ ਵੱਡੀ ਹੁੰਦੀ ਆ। ਭਾਸ਼ਾ ਸਿੱਖਣ ਦੇ ਸੁਭਾਵਿਕਤਾ ਦੇ ਸਿਧਾਂਤ ਦਾ ਆਧਾਰ ਕਿਹੜਾ ਹੈ? ਮਤਲਬ ਭਾਸ਼ਾ ਨੂੰ ਸਿੱਖਣ ਦੀ ਜਿਹੜੀ ਸ਼ਕਤੀ ਆ ਉਹ ਕੀ ਆ? ਕੁਦਰਤੀ ਆ। ਠੀਕ ਆ, ਹੇਠ ਲਿਖੇ ਵਿੱਚੋਂ ਕਿਹੜਾ ਠੀਕ ਹੈ? ਮਨੁੱਖ ਨੂੰ ਭਾਸ਼ਾ ਸਕੂਲ ਵਿੱਚ ਜਾ ਕੇ ਸਿੱਖਣੀ ਪੈਂਦੀ ਹੈ? ਨਹੀਂ, ਭਾਸ਼ਾ ਤਾਂ ਜਦੋਂ ਬੱਚਾ ਵੱਡਾ ਹੁੰਦਾ ਵਾ ਹਨਾ 2 ਸਾਲ ਤੋਂ ਹੌਲੀ ਹੌਲੀ ਜਦੋਂ ਮੰਮਾ ਪਾਪਾ ਘਰ ਦੇ ਵਿੱਚ ਨਿੱਕੇ ਨਿੱਕੇ ਸ਼ਬਦ ਬੋਲਣ ਲੱਗ ਪੈਂਦਾ ਵਾ ਤੇ ਭਾਸ਼ਾ ਤਾਂ ਉਹ ਮਤਲਬ ਕਿ ਸਿੱਖ ਲੈਂਦਾ ਨਾ, ਪਰਿਵਾਰ ਦੇ ਵਿੱਚ ਹੀ ਸਿੱਖਦਾ ਵਾ। ਸੋ ਇਹ ਪੁਆਇੰਟ ਬਿਲਕੁਲ ਗਲਤ ਆ। ਮਨੁੱਖ ਭਾਸ਼ਾ ਤਾਂ ਸਿੱਖ ਜਾਂਦਾ ਹੈ ਪਰ ਹਰ ਮਨੁੱਖ ਨੂੰ ਭਾਸ਼ਾ ਦੇ ਨਿਯਮਾਂ ਦਾ ਸੁਚੇਤ ਗਿਆਨ ਨਹੀਂ ਹੁੰਦਾ। ਬਿਲਕੁਲ, ਹੁਣ ਵੇਖੋ ਬੱਚਾ ਘਰ ਦੇ ਵਿੱਚ ਭਾਸ਼ਾ ਬੋਲਦਾ, ਪੰਜਾਬੀ ਬੋਲਦਾ, ਜਿੱਦਾਂ ਆਪਣੇ ਬੱਚੇ ਆ, ਪੰਜਾਬ ਦੇ ਬੱਚੇ ਛੋਟੇ ਛੋਟੇ ਪੰਜਾਬੀ ਬੋਲਦੇ ਆ ਪਰ ਉਹਨਾਂ ਨੂੰ ਪੰਜਾਬੀ ਦਾ ਵਿਆਕਰਨ ਥੋੜੀ ਪਤਾ ਵਾ। ਸੋ ਇਤੋਂ ਏਦਾਂ ਨਾ ਥੋੜਾ ਕੋਰਿਲੇਟ ਕਰਕੇ ਨਾ ਚੀਜ਼ਾਂ ਨੂੰ ਦੇਖਿਆ ਕਰੋ ਤੇ ਫਿਰ ਸਾਨੂੰ ਆਪਣੇ ਆਪ ਸਹੀ ਆਪਸ਼ਨ ਮਿਲ ਜਾਂਦੀ ਆ, ਖਾਸ ਕਰਕੇ ਜੇਕਰ ਪੰਜਾਬੀ ਭਾਸ਼ਾ ਦੀ ਗੱਲ ਕਰੀਏ। ਠੀਕ ਆ, ਉਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਹੈਗਾ ਵਾ ਹੇਠ ਇਹਨਾਂ ਵਿੱਚੋਂ ਕਿਹੜਾ ਮੌਖਿਕ ਪ੍ਰਗਟਾਅ ਦਾ ਉਦੇਸ਼ ਹੋ ਸਕਦਾ ਹੈ? ਵੇਖੋ ਪਹਿਲੇ ਆਪਸ਼ਨ ਆ ਵਿਦਿਆਰਥੀਆਂ ਅੰਦਰਲੀ ਹੀਣ ਭਾਵਨਾ ਨੂੰ ਦੂਰ ਕਰਨਾ। ਬਿਲਕੁਲ, ਜਦੋਂ ਮੌਖਿਕ ਪ੍ਰਗਟਾਅ ਦੇ ਆਪਾਂ ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਦਿਆਂਗੇ ਤੇ ਬੱਚੇ ਦੇ ਅੰਦਰ ਜਿਹੜੀ ਅੰਦਰਲੀ ਹੀਣ ਭਾਵਨਾ ਉਹ ਦੂਰ ਹੋਊਗੀ। ਵਿਦਿਆਰਥੀਆਂ ਵਿੱਚ ਪ੍ਰਭਾਵਸ਼ਾਲੀ ਬੋਲਚਾਲ ਦਾ ਕੌਸ਼ਲ ਪੈਦਾ ਕਰਨਾ। ਪ੍ਰਭਾਵਸ਼ਾਲੀ ਬੋਲਚਾਲ ਮਤਲਬ ਕਿ ਜਦੋਂ ਆਪਾਂ ਬੱਚੇ ਨੂੰ ਵੱਧ ਤੋਂ ਵੱਧ ਮੌਕੇ ਦੇ ਰਹੇ ਹਾਂ ਤੇ ਬੱਚੇ ਦੀ ਪ੍ਰੈਕਟਿਸ ਹੋ ਜੂ ਜ਼ਿਆਦਾ, ਉਹ ਪ੍ਰਭਾਵਸ਼ਾਲੀ ਬੋਲੂਗਾ, ਵਧੀਆ ਬੋਲਣ ਦੇ ਮਤਲਬ ਕੌਸ਼ਲ ਉਤਪੰਨ ਹੋ ਜੂ ਉਹਦੇ ਵਿੱਚ। ਸਵੈ ਪ੍ਰਗਟਾਅ ਦੀ ਯੋਗਤਾ। ਸਵੈ ਪ੍ਰਗਟਾਅ ਮਤਲਬ ਕਿ ਆਪਣੇ ਆਪ ਨੂੰ ਇੰਟਰੋਡਿਊਸ ਕਰਨ ਦਾ ਜਿਹੜਾ ਵਾ ਲੋਕਾਂ ਦੇ ਸਾਹਮਣੇ ਜਾਂ ਸਕੂਲ ਦੇ ਵਿੱਚ ਜਿਹੜਾ ਵਾ ਉਹਨੂੰ ਜਿਹੜਾ ਵਾ ਉਹਦੇ ਅੰਦਰ ਕੌਨਫੀਡੈਂਸ ਆ ਜਾਊਗਾ ਹਨਾ।
ਤੇ ਇਸ ਕਰਕੇ ਉਪਰੋਕਤ ਸਾਰੀਆਂ ਹੀ ਆਪਸ਼ਨਾਂ ਜਿਹੜੀਆਂ ਵਾ ਇਹਦੀਆਂ ਸਹੀ ਨੇ। ਲਿੰਗੂਆ ਫੋਨ ਇੱਕ ਅਜਿਹਾ ਯੰਤਰ ਹੈ ਜਿਸ ਰਾਹੀਂ ਬੱਚਿਆਂ ਨੂੰ ਸ਼ੁੱਧ ਭਾਸ਼ਾ ਸੁਣਾਈ ਜਾਂਦੀ ਹੈ। ਜਦੋਂ ਆਡੀਓ ਵੀਡੀਓ ਏਡਸ ਦੇ ਵਿੱਚ ਸਾਨੂੰ ਕੋਈ ਕੁਐਸਚਨ ਆ ਜਾਏ ਤੇ ਜੇ ਕੁਐਸਚਨ ਆ ਗਿਆ ਲਿੰਗੂਆ ਫੋਨ ਦਾ, ਬਸ ਲਿੰਗੂਆ ਫੋਨ ਬਾਰੇ ਇਹ ਚੀਜ਼ ਯਾਦ ਰੱਖਣੀ ਆ, ਸ਼ੁੱਧ ਭਾਸ਼ਾ ਸਿਖਾਈ ਜਾਂਦੀ ਆ, ਸੁਣਾਈ ਜਾਂਦੀ ਆ ਲਿੰਗੂਆ ਫੋਨ ਦੇ ਰਾਹੀਂ। ਭਾਸ਼ਾ ਸਿੱਖਿਆ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ? ਦੂਜੀ ਭਾਸ਼ਾ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਲਈ ਮਾਤ ਭਾਸ਼ਾ ਰੁਕਾਵਟ ਬਣਦੀ ਹੈ। ਬਿਲਕੁਲ ਗਲਤ ਪੁਆਇੰਟ ਆ। ਮਾਤ ਭਾਸ਼ਾ ਮਦਦ ਕਰਦੀ ਆ, ਰੁਕਾਵਟ ਕਦੇ ਨਹੀਂ ਬਣਦੀ। ਜਿਸ ਨੂੰ ਮਾਤ ਭਾਸ਼ਾ ਆਉਂਦੀ ਉਸ ਨੂੰ ਕੋਈ ਹੋਰ ਭਾਸ਼ਾ ਸਿੱਖਣ ਦੀ ਕੋਈ ਲੋੜ ਨਹੀਂ। ਇਹ ਵੀ ਪੁਆਇੰਟ ਗਲਤ ਆ। ਮਾਤ ਭਾਸ਼ਾ ਤੇ ਸਾਡੀ ਮਾਤ ਭਾਸ਼ਾ ਹੈਗੀ ਆ, ਪਰ ਸਾਨੂੰ ਆਪਣੇ ਪ੍ਰੋਫੈਸ਼ਨ ਚੂਜ਼ ਕਰਨ ਲਈ, ਸਾਨੂੰ ਆਪਣੇ ਕੰਮਾਂ ਧੰਦਿਆਂ ਦੇ ਲਈ, ਜਿਹੜਾ ਵਾ ਸਮਾਜ ਦੇ ਵਿੱਚ ਵਿਚਰਨ ਲਈ ਦੂਜੀਆਂ ਭਾਸ਼ਾਵਾਂ ਸਿੱਖਣੀਆਂ ਪੈਂਦੀਆਂ। ਸੋ ਇਹ ਵੀ ਪੁਆਇੰਟ ਗਲਤ ਆ। ਦੂਜੀ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਦਾ ਇੱਕੋ ਇੱਕ ਤਰੀਕਾ ਸਕੂਲ ਤੇ ਘਰ ਵਿੱਚ ਉਹ ਭਾਸ਼ਾ ਬੋਲਣਾ, ਮਤਲਬ ਨਹੀਂ। ਵਿਦੇਸ਼ੀ ਭਾਸ਼ਾ ਨੂੰ ਸਿੱਖਣ ਦਾ ਇੱਕੋ ਇੱਕ ਤਰੀਕਾ ਤੇ ਸਕੂਲ ਤੇ ਘਰ ਵਿੱਚ ਭਾਸ਼ਾ ਬੋਲਣਾ ਬਿਲਕੁਲ ਗਲਤ ਆ। ਆਪਾਂ ਥੋਪਣਾ ਥੋੜੀ ਆ ਬੱਚੇ ਤੇ ਵੀ ਤੈਨੂੰ ਅੱਜ ਅੰਗਰੇਜ਼ੀ ਦੇ ਟੈਂਸ ਸਕੂਲੇ ਪੜ੍ਹਾਏ ਤੇ ਤੂੰ ਘਰ ਜਾ ਕੇ ਵੀ ਪੜ੍ਹੀ ਜਾਣੇ। ਨਾ ਇਹ ਚੀਜ਼ ਤਾਂ ਬਿਲਕੁਲ ਗਲਤ ਆ। ਸਾਡੀਆਂ ਐਜੂਕੇਸ਼ਨ ਪਾਲਿਸੀਆਂ ਇਹ ਚੀਜ਼ ਤਾਂ ਬਿਲਕੁਲ ਵੀ ਨਹੀਂ ਕਹਿੰਦੀਆਂ। ਮਾਤ ਭਾਸ਼ਾ ਠੀਕ ਤਰ੍ਹਾਂ ਸਿੱਖਣ ਉਪਰੰਤ ਹੀ ਕੋਈ ਹੋਰ ਭਾਸ਼ਾ ਠੀਕ ਤਰ੍ਹਾਂ ਸਿੱਖੀ ਜਾ ਸਕਦੀ ਹੈ। ਬਸ ਆਹੀ ਤਾਂ ਪੁਆਇੰਟ ਅਸੀਂ ਲੱਭਦੇ ਸੀ। ਸੋ ਸਾਡੀ ਰਾਈਟ ਆਪਸ਼ਨ ਕੀ ਆ ਜਾਣੀ ਆ? ਆਪਸ਼ਨ ਨੰਬਰ ਡੀ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, ਸਿੱਖਿਆ ਇੱਕ ਗਤੀਸ਼ੀਲ ਕਿਰਿਆ ਹੈ, ਇਸ ਲਈ ਪਾਠਕ੍ਰਮ ਦਾ ਸਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ? ਮਤਲਬ ਜਿਸ ਵਿੱਚ ਜਲਦੀ ਤਬਦੀਲੀ ਨਾਲ ਸੁਧਾਰ ਹੋ ਸਕੇ। ਠੀਕ ਹੈ। ਸਥਾਈ ਨਹੀਂ ਹੋਣਾ ਚਾਹੀਦਾ, ਵਿਸ਼ਾਲ ਨਹੀਂ ਹੋਣਾ ਚਾਹੀਦਾ, ਕੱਲਾ ਵਿਸ਼ੇ ਨਾਲ ਸੰਬੰਧਿਤ ਨਹੀਂ ਹੋਣਾ ਚਾਹੀਦਾ, ਮਤਲਬ ਕਿ ਫਲੈਕਸੀਬਲ ਹੋਣਾ ਚਾਹੀਦਾ। ਇਹਦਾ ਮਤਲਬ ਆ ਦੂਜੀ ਆਪਸ਼ਨ ਕੀ ਕਹਿ ਸਕਦੇ ਆ? ਫਲੈਕਸੀਬਲ ਹੋਣਾ ਚਾਹੀਦਾ ਪਾਠਕ੍ਰਮ। ਠੀਕ ਆ। ਉਸ ਤੋਂ ਬਾਅਦ ਸ਼ਬਦਾਂ ਦੇ ਮੂਲ ਨੂੰ ਜਾਣਨ ਲਈ ਕਿਸ ਕਿਸਮ ਦਾ ਕੋਸ਼ ਵਧੇਰੇ ਸਹਾਈ ਹੁੰਦਾ ਹੈ? ਨਿਰੁਕਤ ਕੋਸ਼। ਕਿਹੜਾ ਕੋਸ਼? ਨਿਰੁਕਤ ਕੋਸ਼। ਦੋ ਭਾਸ਼ੀ ਨਹੀਂ, ਇੱਕ ਭਾਸ਼ੀ ਨਹੀਂ, ਵਿਸ਼ਵਕੋਸ਼ ਨਹੀਂ, ਨਿਰੁਕਤ ਕੋਸ਼। ਠੀਕ ਹੈ। ਭਾਸ਼ਾ ਸਿੱਖਿਆ ਵਿੱਚ ਕੌਸ਼ਲਾਂ ਦੀ ਸਿਖਲਾਈ ਲਈ ਕਿਸ 'ਚ ਸੁਧਾਰ ਹੋਣਾ ਚਾਹੀਦਾ ਹੈ? ਕਹਿੰਦੇ ਕੌਸ਼ਲਾਂ ਦੀ ਸਿਖਲਾਈ ਪ੍ਰਕਿਰਿਆ ਦੌਰਾਨ ਤਰੁੱਟੀਆਂ ਤੇ ਦੋਸ਼ਾਂ ਦਾ ਨਿਵਾਰਨ। ਮਤਲਬ ਕਿ ਜਦੋਂ ਅਸੀਂ ਬੱਚੇ ਨੂੰ ਕੋਈ ਭਾਸ਼ਾ ਸਿਖਾ ਰਹੇ ਹਾਂ, ਕੌਸ਼ਲਾਂ ਦਾ ਨਿਰਮਾਣ ਕਰ ਰਹੇ ਹਾਂ, ਪੜ੍ਹਨ ਕੌਸ਼ਲ ਚੱਲ ਰਿਹਾ, ਲਿਖਣ ਕੌਸ਼ਲ ਚੱਲ ਰਿਹਾ ਵਾ, ਤੇ ਉਹਦੇ ਵਿੱਚ ਪਹਿਲਾਂ ਤਖਸੀਸੀ ਪ੍ਰੀਖਿਆ ਕਰੋ। ਤਖਸੀਸੀ ਪ੍ਰੀਖਿਆ ਦੇ ਵਿੱਚ ਬੱਚੇ ਦੀਆਂ ਤਰੁੱਟੀਆਂ ਦਾ ਪਤਾ ਲਗਾਓ। ਉਸ ਤੋਂ ਬਾਅਦ ਉਪਚਾਰਾਤਮਕ ਟੀਚਿੰਗ, ਮਤਲਬ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਰੈਮੀਡੀਅਲ ਟੀਚਿੰਗ ਕਹਿ ਦਿੰਦੇ ਆ, ਉਹਦੇ ਰਾਹੀਂ ਉਹਨਾਂ ਤਰੁੱਟੀਆਂ ਨੂੰ ਦੂਰ ਕਰੋ। ਇਹੀ ਆ ਸਾਡੀ ਭਾਸ਼ਾ ਦੇ ਕੌਸ਼ਲਾਂ ਦੇ ਵਿੱਚ ਸਿਖਲਾਈ ਦੇ ਸਿੱਖਣ ਦੇ ਦੌਰਾਨ ਜਿਹੜੀਆਂ ਹੋਣ ਵਾਲੀਆਂ ਗਲਤੀਆਂ ਨੂੰ ਦੂਰ ਕਰਨਾ। ਤੇ ਗਲਤੀਆਂ ਨੂੰ ਦੂਰ ਕਿਹਦੇ ਨਾਲ ਕਰਨਾ ਵਾ? ਰੈਮੀਡੀਅਲ ਟੀਚਿੰਗ ਦੇ ਨਾਲ। ਸੋ ਇਹ ਪੇਪਰ 15 ਜਿਹੜਾ ਬਹੁਤ ਈਜ਼ੀ ਸੀਗਾ। ਸੋ ਇਹ ਸਾਰਾ ਦਾ ਸਾਰਾ ਆਪਾਂ ਕਰ ਲਿਆ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ, ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲਾ PYQ ਕਰਾਂਗੇ। ਤੇ ਜਲਦੀ PYQ ਖਤਮ ਹੋਣ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਦਾ ਸਾਰਾ ਵਿਆਕਰਨ ਕਰਵਾਉਂਗੀ। ਪੰਜਾਬੀ ਪੈਡਾਗੋਜੀ AAA ਦੀ ਬੁੱਕ ਤੇ ਬਹੁਤ ਸੋਹਣੀ ਦਿੱਤੀ ਹੋਈ ਆ, ਤੇ ਉਹ ਬੁੱਕ ਮਾਰਕੀਟ ਦੇ ਵਿੱਚੋਂ ਕਿਤੇ ਨਹੀਂ ਮਿਲਦੀ। ਤੇ ਉਹ ਜਿਹੜੀ ਬੁੱਕ ਜਿਹੜੀ ਆ ਨਾ, ਉਹ 2011 ਦੇ ਵਿੱਚ ਪਬਲਿਸ਼ ਹੋਈ ਸੀ, ਜਦੋਂ ਪਹਿਲੀ ਵਾਰੀ PSTET ਦਾ ਪੇਪਰ ਲਾਗੂ ਹੋਇਆ ਸੀ। ਠੀਕ ਆ। ਸੋ ਮੇਰੀ ਕੋਸ਼ਿਸ਼ ਇਹ ਆ, ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿਹੜੀ AAA ਦੀ ਬੁੱਕ ਤੇ ਪੰਜਾਬੀ ਪੈਡਾਗੋਜੀ ਆ, ਉਹਨੂੰ ਮੈਰਾਥਨ ਲਗਾ ਕੇ ਕਵਰ ਕਰ ਲਿਆ ਜਾਵੇ। ਇਹ ਕੰਪਲੀਟ ਕਰਨ ਤੋਂ ਬਾਅਦ ਪੰਜਾਬੀ ਵਿਆਕਰਨ ਦੀ ਥਿਊਰੀ ਤੇ ਕੰਸਨਟਰੇਟ ਕੀਤਾ ਜਾਵੇ, ਕਿਉਂਕਿ ਜਦੋਂ ਅਸੀਂ PSTET ਪੰਜਾਬੀ ਪੋਰਸ਼ਨ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਨੂੰ ਜ਼ਿਆਦਾ ਵਿਆਕਰਨ ਪੁੱਛਿਆ ਜਾਂਦਾ ਵਾ, ਪਰ ਜਦੋਂ ਅਸੀਂ CTET ਦੀ ਪੰਜਾਬੀ ਦੀ ਗੱਲ ਕਰਦੇ ਹਾਂ ਉੱਥੇ ਜ਼ਿਆਦਾ ਪੈਡਾਗੋਜੀ ਹੁੰਦੀ ਆ। ਠੀਕ ਆ। ਸੋ ਇਹ ਚੀਜ਼ ਜਿਹੜੀ ਆ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਥੋੜਾ ਅਪਡੇਟ ਰਹਿਣਾ ਆ ਮੇਰੇ ਚੈਨਲ ਤੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਤੁਹਾਨੂੰ ਮੈਰਾਥਨ ਕਲਾਸਿਸ ਜਿਹੜੀਆਂ ਮਿਲਣਗੀਆਂ। ਠੀਕ ਆ। ਸੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।